ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਦੀ ਦਾਸਤਾਨ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਜ਼ਿਕਰ ਤੋਂ ਬਿਨਾਂ ਅਧੂਰੀ ਹੈ। 23 ਮਾਰਚ 1931 ਨੂੰ 23 ਸਾਲ ਦੀ ਨਿੱਕੀ ਜਿਹੀ ਉਮਰੇ ਭਗਤ ਸਿੰਘ ਨੇ ਆਪਣੇ ਦੋ ਸਾਥੀਆਂ ਸੁਖਦੇਵ ਤੇ ਰਾਜਗੁਰੂ ਦੇ ਨਾਲ ਹੱਸਦੇ-ਹੱਸਦੇ ਫਾਂਸੀ ਦਾ ਫਾਹਾ ਚੁੰਮ ਲਿਆ ਤੇ ਮੁਲਕ ਲਈ ਕੁਰਬਾਨ ਹੋ ਗਏ। ਪਰ ਉਹਨਾਂ ਦੀ ਕ੍ਰਾਂਤੀਕਾਰੀ ਵਿਚਾਰਧਾਰਾ ਹਮੇਸ਼ਾ ਲਈ ਅਮਰ ਹੋ ਗਈ। ਭਾਰਤ ਸਰਕਾਰ ਨੇ ਭਾਵੇਂ ਅੱਜ ਤੱਕ ਉਹਨਾਂ ਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ, ਪਰ ਛੋਟੀ ਉਮਰ 'ਚ ਹੀ ਸਰਬੋੱਚ ਬਲੀਦਾਨ ਦੇ ਕਾਰਨ ਭਗਤ ਸਿੰਘ ਜਨ ਮਨ ਵਿੱਚ ਸ਼ਹੀਦ ਆਜ਼ਮ ਦੇ ਤੌਰ ਤੇ ਯਾਦ ਕੀਤੇ ਜਾਂਦੇ ਨੇ। ਕਿਵੇਂ ਬਣੇ ਭਗਤ ਸਿੰਘ? ਅਜੋਕੀ ਪੀੜ੍ਹੀ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਆਖਿਰ ਭਗਤ ਸਿੰਘ ਕਿਵੇਂ ਇੱਕ ਅਜਿਹੇ ਆਜ਼ਾਦੀ ਘੁਲਾਟੀਏ ਬਣੇ ਜਿਨ੍ਹਾਂ ਨਾ ਸਿਰਫ ਦੇਸ਼ ਸਗੋਂ ਵਿਦੇਸ਼ਾਂ 'ਚ ਬੈਠੀਆਂ ਪੀੜ੍ਹੀਆਂ ਨੂੰ ਵੀ ਪ੍ਰੇਰਿਆ ਤੇ ਅੱਜ ਵੀ ਉਹਨਾਂ ਦੇ ਵਿਚਾਰ ਪੂਰੀ ਤਰ੍ਹਾਂ ਸਾਰਥਕ ਹਨ। ਅੰਗਰੇਜ਼ੀ ਹਕੂਮਤ ਦੀਆਂ ਜੜ੍ਹਾਂ ਹਿਲਾਉਣ ਵਾਲੇ ਸ਼ਹੀਦ ਆਜ਼ਮ ਭਗਤ ਸਿੰਘ ਦਾ ਜਨਮ 28 ਸਤੰਬਰ 1907 ਵਿੱਚ ਲਾਇਲਪੁਰ ਵਿਖੇ ਹੋਇਆ। ਸਿਆਸੀ ਤੌਰ ਤੇ ਸਰਗਰਮ ਪਰਿਵਾਰ ਵਿੱਚ ਜੰਮੇ ਭਗਤ ਸਿੰਘ ਨੂੰ ਦੇਸ਼ ਭਗਤੀ ਗੁੜਤੀ 'ਚ ਮਿਲੀ ਸੀ। ਉਹਨਾਂ ਦੇ ਦਾਦਾ ਅਰਜਨ ਸਿੰਘ ਹਿੰਦੂ ਸੁਧਾਰਵਾਦੀ ਲਹਿਰ ਆਰੀਆ ਸਮਾਜ ਨਾਲ ਜੁੜੇ ਸੀ। ਪਿਤਾ ਸਰਦਾਰ ਕਿਸ਼ਨ ਸਿੰਘ ਤੇ ਚਾਚਾ ਸਰਦਾਰ ਅਜੀਤ ਸਿੰਘ ਭਾਰਤ ਦੀ ਸੁਤੰਤਰਤਾ ਸੰਗਰਾਮ ਲਈ ਸਰਗਰਮ ਗਦਰ ਪਾਰਟੀ ਦੇ ਮੈਂਬਰ ਸਨ। ਭਗਤ ਸਿੰਘ ਨੂੰ ਤਿੰਨ ਗੱਲਾਂ ਨੇ ਆਜ਼ਾਦੀ ਦੀ ਰਾਹ ਤੇ ਚੱਲਣ ਲਈ ਪ੍ਰੇਰਿਆ। ਪਹਿਲੀ, ਜਲਿਆਂਵਾਲਾ ਬਾਗ ਦਾ ਕਤਲकांड, ਜਿਸ ਵਿੱਚ ਹਜ਼ਾਰਾਂ ਨਿਹੱਥੇ ਲੋਕ ਮਾਰੇ ਗਏ ਸਨ। 12 ਸਾਲ ਦੀ ਉਮਰ ਵਿੱਚ ਭਗਤ ਸਿੰਘ ਆਪ ਉੱਥੇ ਜਾ ਕੇ ਉੱਥੋਂ ਮਿੱਟੀ ਲੈ ਕੇ ਆਉਂਦੇ ਨੇ। ਦੂਜਾ, ਗਦਰ ਲਹਿਰ ਦੇ ਸਰਗਰਮ ਆਗੂ ਕਰਤਾਰ ਸਿੰਘ ਸਰਾਭਾ ਤੋਂ ਭਗਤ ਸਿੰਘ ਕਾਫੀ ਪ੍ਰਭਾਵਿਤ ਹੋਏ ਕਿ ਕਿਵੇਂ ਇੱਕ 19 ਸਾਲਾ ਨੌਜਵਾਨ ਦੇਸ਼ ਵਿਦੇਸ਼ ਘੁੰਮਣ ਦੇ ਬਾਵਜੂਦ ਆਪਣੇ ਮੁਲਕ ਦੇ ਲੋਕਾਂ ਦੀ ਭਲਾਈ ਲਈ ਕੰਮ ਕਰ ਰਿਹਾ ਹੈ। ਤੀਜੀ ਤੇ ਸਭ ਤੋਂ ਅਹਿਮ ਸੇਧ ਭਗਤ ਸਿੰਘ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਮਿਲੀ ਕਿ ਬਲ ਹੁਆ ਬੰਧਨ ਛੂਟੇ ਸਭ ਕੁਝ ਹੋ ਤੋ ਪਾਏ, ਨਾਨਕ ਤੁਮਰੇ ਹੱਥ ਮੇ ਤੁਮ ਹੀ ਹੋਏ ਸਹਾਇ। ਕਿ ਕਿਸੇ ਹੋਰ ਤੋਂ ਸਹਾਰਾ ਨਾ ਲੱਭੋ। ਜੇ ਤੁਸੀਂ ਬਲਵਾਨ ਹੋ, ਤੁਸੀਂ ਆਪਣਾ ਸਹਾਰਾ ਹੋ, ਤੁਸੀਂ ਆਪਣਾ ਜਿਹੜਾ ਹੈ ਆਪ ਕੰਮ ਕਰ ਸਕਦੇ ਹੋ। ਭਗਤ ਸਿੰਘ ਕਹਿੰਦੇ ਕਿ ਇਹਦਾ ਮਤਲਬ ਹੈ ਕਿ ਉਹਦਾ ਮੂਲ ਮੰਤਰ ਇਹ ਹੈ ਕਿ ਜੇ ਅਸੀਂ ਆਪਣੀਆਂ ਕਮਜ਼ੋਰੀਆਂ ਨੂੰ ਦੂਰ ਕਰਕੇ ਬਲਵਾਨ ਬਣੀਏ, ਔਰ ਬਲਵਾਨ ਬਣਨ ਦਾ ਮਤਲਬ ਹੈ ਸਰੀਰਕ ਬਲ ਪਹਿਲੀ ਹੈ ਜਿਹੜਾ ਸਿਹਤ ਨਾਲ ਜੁੜਿਆ ਹੋਇਆ ਹੈ, ਫਿਰ ਉਸ ਤੋਂ ਬਾਅਦ ਤੁਹਾਡਾ ਵਿਚਾਰਾਂ ਦਾ ਬਲ, ਫਿਰ ਜਦੋਂ ਤੁਸੀਂ ਵਿਚਾਰ ਨੇ ਤੁਹਾਡੇ ਤੇ ਫਿਰ ਤੁਹਾਡਾ ਇਰਾਦਾ ਮਜ਼ਬੂਤ ਹੁੰਦਾ ਹੈ। ਭਗਤ ਸਿੰਘ ਕਿਤਾਬਾਂ ਪੜ੍ਹਨ ਦੇ ਸ਼ੌਕੀਨ ਸਨ ਤੇ ਆਜ਼ਾਦੀ ਦੀ ਲੜਾਈ ਕਿਵੇਂ ਲੜੀ ਜਾਂਦੀ ਹੈ ਇਹ ਉਹਨਾਂ ਨੇ ਕਿਤਾਬਾਂ ਤੋਂ ਹੀ ਸਿੱਖਿਆ। 1921 ਵਿੱਚ ਆਇਰਲੈਂਡ ਤੇ ਡੀ ਵਲੇਰਾ ਨੇ ਦੇਸ਼ ਭਗਤਾਂ ਦੀ ਮਦਦ ਨਾਲ ਡੋਮੀਨੀਅਨ ਸਟੇਟਸ ਹਾਸਲ ਕਰ ਲਿਆ। ਭਗਤ ਸਿੰਘ ਨੇ ਜਿਹੜੀ ਪਹਿਲੀ ਕਿਤਾਬ ਟ੍ਰਾਂਸਲੇਟ ਕੀਤੀ ਉਹ ਸੀ ਮਾਈ ਫਾਈਟ ਫਾਰ ਆਇਰਿਸ਼ ਫਰੀडम ਬਾਈ ਡੈਨ ਬ੍ਰੀਨ। ਉਹਨਾਂ ਇਸ ਕਿਤਾਬ ਦਾ ਤਰਜਮਾ ਹਿੰਦੀ ਵਿੱਚ ਕੀਤਾ ਤਾਂ ਜੋ ਹਰ ਕੋਈ ਇਸ ਨੂੰ ਪੜ੍ਹ ਸਕੇ ਤੇ ਇਸ ਤੋਂ ਸੇਧ ਲੈ ਸਕੇ। ਉਹਨਾਂ ਆਪ ਵੀ ਇਸ ਤੋਂ ਬਹੁਤ ਕੁਝ ਸਿੱਖਿਆ। ਭਗਤ ਸਿੰਘ ਉਹਨਾਂ ਦਾ ਮੰਨਣਾ ਸੀ ਕਿ ਸਰੀਰ ਨੂੰ ਮਾਰਿਆ ਜਾ ਸਕਦਾ ਹੈ ਪਰ ਵਿਚਾਰਾਂ ਨੂੰ ਨਹੀਂ। ਵਿਚਾਰ ਅਮਰ ਹੋ ਜਾਂਦੇ ਨੇ। ਇਸ ਲਈ ਉਹਨਾਂ ਨੇ ਜਨ ਜਨ ਲਈ ਇੱਕ ਨਾਰਾ ਲਗਾਇਆ, ਸਮਰਾਜਵਾਦ ਮੁਰਦਾਬਾਦ, ਇਨਕਲਾਬ ਜ਼ਿੰਦਾਬਾਦ। ਸਮਰਾਜਵਾਦ ਦੀ ਸਹੀ ਵਿਆਖਿਆ ਕਰਦਿਆਂ ਉਹਨਾਂ ਕਿਹਾ ਕਿ ਜਦੋਂ ਤੱਕ ਵਿਦੇਸ਼ੀ ਤਾਕਤਾਂ ਲੋਕਾਂ ਨੂੰ ਲੁੱਟਦੀਆਂ ਹਨ ਉਨਾ ਚਿਰ ਲੋਕਾਂ ਦੀ ਜ਼ਿੰਦਗੀ ਵਿੱਚ ਸੁਖਾਵਾਂ ਮਾਹੌਲ ਨਹੀਂ ਹੋ ਸਕਦਾ। ਭਗਤ ਸਿੰਘ ਇਨਕਲਾਬ ਨੂੰ ਲੈ ਕੇ ਵੀ ਬਹੁਤ ਵਧੀਆ ਗੱਲ ਲਿਖਦੇ ਨੇ। ਇਨਕਲਾਬ ਜਿਹੜਾ ਨਾ ਇਹ ਹਿੰਸਾ ਦਾ ਮਾਮਲਾ ਨਹੀਂ ਹੈ। ਇਨਕਲਾਬ ਜਿਹੜਾ ਹੈ ਇਹ ਮਾਰ ਧਾੜ ਦਾ ਮਸਲਾ ਨਹੀਂ। ਇਨਕਲਾਬ ਮਨੁੱਖਾਂ ਦੇ ਕਤਲੇਆਮ ਦਾ ਮਸਲਾ ਨਹੀਂ। ਇਨਕਲਾਬ ਇੱਕ ਕਸੀਦਾਕਾਰੀ ਹੈ, ਇੱਕ ਕਵਿਤਾ, ਇੱਕ ਗਜ਼ਲ ਵਰਗੀ ਗੱਲ ਹੈ, ਇੱਕ ਨਵੀਂ ਕਹਾਣੀ ਹੈ, ਇੱਕ ਨਵੇਂ ਸਮਾਜ ਨੂੰ ਜਨਮ ਦੇਣਾ। ਭਗਤ ਸਿੰਘ ਦੀ ਜ਼ਿੰਦਗੀ ਦੀਆਂ ਦੋ ਅਹਿਮ ਘਟਨਾਵਾਂ ਜਿਨ੍ਹਾਂ ਕਾਰਨ ਉਹਨਾਂ ਦੀ ਜ਼ਿੰਦਗੀ ਬਦਲ ਗਈ ਉਹ ਸਨ ਸਾਂਡਰਸ ਦਾ ਕਤਲ ਤੇ ਅਸੈਂਬਲੀ ਬੰਬ ਕਾਂਡ। ਹੁਣ ਅਸੀਂ ਤੁਹਾਨੂੰ ਪਹਿਲੀ ਘਟਨਾ ਬਾਰੇ ਦੱਸਦੇ ਹਾਂ। ਸਾਲ 1928 ਵਿੱਚ ਭਾਰਤ ਵਿੱਚ ਸੰਵਿਧਾਨਿਕ ਸੁਧਾਰਾਂ ਯਾਨੀ ਕਿ ਬ੍ਰਿਟਿਸ਼ ਸਰਕਾਰ ਵੱਲੋਂ ਭਾਰਤੀਆਂ ਲਈ ਬਣਾਈਆਂ ਯੋਜਨਾਵਾਂ ਵਿੱਚ ਸੇਧ ਦੀ ਸਮੀਖਿਆ ਕਰਨ ਲਈ ਇੱਕ 7 ਮੈਂਬਰੀ ਪੈਨਲ ਭਾਰਤ ਆਇਆ ਜਿਸ ਦਾ ਨਾਂ ਸੀ ਸਾਈਮਨ ਕਮਿਸ਼ਨ। ਪੂਰੇ ਭਾਰਤ 'ਚ ਇਸ ਦਾ ਵਿਰੋਧ ਹੋਇਆ ਕਿਉਂਕਿ ਇਸ ਪੈਨਲ ਵਿੱਚ ਇੱਕ ਵੀ ਭਾਰਤੀ ਨਹੀਂ ਸੀ। ਭਗਤ ਸਿੰਘ ਤੇ ਹਮਖਿਆਲੀਆਂ ਨੇ ਲਾਲਾ ਲਾਜਪਤ ਰਾਏ ਜੀ ਦੀ ਅਗਵਾਈ ਵਿੱਚ ਲਾਹੌਰ ਵਿੱਚ ਸਾਈਮਨ ਕਮਿਸ਼ਨ ਨੂੰ ਕਾਲੇ ਝੰਡੇ ਵਿਖਾਏ। ਇਸ ਸ਼ਾਂਤਮਈ ਪ੍ਰਦਰਸ਼ਨ ਤੇ ਪੁਲਿਸ ਨੇ ਲਾਠੀਚਾਰਜ ਕੀਤਾ ਜਿਸ ਕਾਰਨ ਲਾਲਾ ਜੀ ਸ਼ਹੀਦ ਹੋ ਗਏ। ਭਾਰਤ ਨੌਜਵਾਨ ਸਭਾ ਤੇ ਸੋਸ਼ਲਿਸਟ ਰਿਪਬਲਿਕਨ ਆਰਮੀ ਦੇ ਨੌਜਵਾਨਾਂ ਨੇ ਲਾਲਾ ਜੀ ਦੀ ਮੌਤ ਦਾ ਬਦਲਾ ਲੈਣ ਦੀ ਠਾਣੀ। ਉਹਨਾਂ ਲਾਲਾ ਜੀ ਦੀ ਮੌਤ ਲਈ ਲਾਠੀਚਾਰਜ ਦਾ ਹੁਕਮ ਦੇਣ ਵਾਲੇ ਪੁਲਿਸ ਸੁਪਰਡੈਂਟ ਸਕਾਟ ਨੂੰ ਜ਼ਿੰਮੇਵਾਰ ਮੰਨਿਆ ਤੇ ਉਸ ਨੂੰ ਮਾਰਨ ਦੀ ਯੋਜਨਾ ਬਣਾਈ। ਪਲਾਨ ਵਿੱਚ ਤੈਅ ਕੀਤਾ ਗਿਆ ਕਿ ਜਿਵੇਂ ਹੀ ਸਕਾਟ ਦਫ਼ਤਰ ਖਤਮ ਹੋਣ ਤੋਂ ਬਾਅਦ ਘਰ ਵਾਪਸ ਜਾਂਦਾ ਹੈ ਉਸ ਨੂੰ ਗੋਲੀ ਮਾਰੀ ਜਾਵੇਗੀ। ਪਰ ਕਿਸਮਤ ਨਾਲ ਸਕਾਟ ਬਚ ਗਿਆ ਕਿਉਂਕਿ ਮਿੱਥੇ ਦਿਨ ਸਕਾਟ ਦਫ਼ਤਰ ਹੀ ਨਹੀਂ ਆਇਆ। ਉਸ ਦਾ ਮੋਟਰਸਾਈਕਲ ਹਵਲਦਾਰ ਸਾਂਡਰਸ ਚਲਾ ਰਿਹਾ ਸੀ। ਅਜਿਹੀ ਸਥਿਤੀ ਵਿੱਚ ਕ੍ਰਾਂਤੀਕਾਰੀਆਂ ਨੇ ਸਾਂਡਰਸ ਦਾ ਹੀ ਕਤਲ ਕਰ ਦਿੱਤਾ। ਪਰ ਮਹੀਨਿਆਂ ਦੀ ਜੱਦੋਜਹਿਦ ਤੋਂ ਬਾਅਦ ਵੀ ਬ੍ਰਿਟਿਸ਼ ਪੁਲਿਸ ਉਹਨਾਂ ਨੂੰ ਫੜ ਨਾ ਸਕੀ। ਸਾਂਡਰਸ ਦਾ ਮਰਡਰ ਹੁੰਦਾ ਉਸੇ ਰਾਤ ਭਗਤ ਸਿੰਘ ਹੋਣੀ ਲਾਹੌਰ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਰਾਤ ਨੂੰ ਦੀਵਾਰਾਂ ਦੇ ਉੱਤੇ ਪੋਸਟਰ ਲਾਉਂਦੇ ਨੇ। ਉਹ ਤੇ ਉਹਨਾਂ ਦੇ ਸਾਥੀ। ਉਹਨਾਂ ਪੋਸਟਰਾਂ ਦੇ ਵਿੱਚ ਇਹ ਲਿਖਿਆ ਹੋਇਆ ਕਿ ਸਾਨੂੰ ਮਨੁੱਖੀ ਜਾਨ ਦੇ ਉੱਤੇ ਬੇਹੱਦ ਦੁੱਖ ਹੈ। ਅਸੀਂ ਮਨੁੱਖੀ ਜ਼ਿੰਦਗੀ ਨੂੰ ਬੇਹੱਦ ਪਿਆਰ ਕਰਦੇ ਹਾਂ। ਇਹ ਲਹੂ ਡੁੱਲਣ ਦੇ ਉੱਤੇ ਸਾਨੂੰ ਅਫਸੋਸ ਹੈ।
ਤੇ ਅਸੀਂ ਸਮਾਜ ਬਦਲਣਾ ਚਾਹੁੰਦੇ ਹਾਂ। ਕੋਈ ਵਿਅਕਤੀਆਂ ਦੇ ਅਸੀਂ ਕੋਈ ਕਾਤਲਾਂ ਦਾ ਟੋਲਾ ਇਸ ਕਿਸਮ ਦੇ ਅਸੀਂ ਨਹੀਂ ਹੈ। ਪਰ ਨਾਲ ਅੱਗੇ ਜਾ ਕੇ ਲਿਖਦੇ ਨੇ, ਪਰ ਕੀ ਕਰੀਏ, ਆਜ਼ਾਦੀ ਦੀ ਬੇਦੀ ਦੇ ਉੱਤੇ ਕਈ ਵਾਰੀ ਇਸ ਕਿਸਮ ਦੀਆਂ ਘਟਨਾਵਾਂ ਜਿਹੜੇ ਹਰਡਲ ਨੇ, ਜਿਹੜੀਆਂ ਰੁਕਾਵਟਾਂ ਨੇ, ਉਹਨਾਂ ਨੂੰ ਅੱਗੇ ਲੰਘਣ ਵਾਸਤੇ ਇਸ ਦੀਆਂ ਕਰਨੀਆਂ ਪੈਂਦੀਆਂ ਨੇ। ਔਰ ਕਮਾਲ ਦੀ ਗੱਲ ਇਹ ਹੈ ਕਿ ਭਗਤ ਸਿੰਘ ਦੀ ਜਿਹੜੀ ਜੇਲ੍ਹ ਡਾਇਰੀ ਆ ਉਹਦੇ ਵਿੱਚ ਜ਼ਿਕਰ ਆਉਂਦੇ ਨੇ ਕਿ ਉਹਨਾਂ ਦੀ ਸਾਰੇ ਜੀਵਨ ਦੇ ਵਿੱਚ ਪੂਰੇ ਦੇ ਪੂਰੇ 23 ਸਾਲ ਦੀ ਉਮਰ ਦੇ ਵਿੱਚ ਜ਼ਿੰਦਗੀ 'ਚ ਇੱਕ ਵਾਰੀ ਸਿਰਫ ਤੇ ਸਿਰਫ ਇੱਕ ਗੋਲੀ ਉਹਨਾਂ ਨੇ ਚਲਾਈ ਹੈ। ਭਗਤ ਸਿੰਘ ਦੀ ਜ਼ਿੰਦਗੀ ਦੀ ਦੂਜੀ ਅਹਿਮ ਘਟਨਾ 8 ਅਪ੍ਰੈਲ 1929 ਨੂੰ ਕੇਂਦਰੀ ਅਸੈਂਬਲੀ ਅੰਦਰ ਬੰਬ ਸੁੱਟਣਾ ਸੀ। ਸਮਕਾਲੀ ਇਤਿਹਾਸ ਤੋਂ ਸੇਧ ਲੈਣ ਵਾਲੇ ਭਗਤ ਸਿੰਘ ਨੇ ਪੜ੍ਹਿਆ ਸੀ ਕਿ ਫ੍ਰੈਂਚ ਰੈਵੋਲਿਊਸ਼ਨ ਵੇਲੇ ਹਕੂਮਤਾਂ ਦੇ ਬੋਲੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਲਈ ਧਮਾਕੇ ਕੀਤੇ ਗਏ ਸੀ। ਇਸ ਲਈ ਬਟੁਕੇਸ਼ਵਰ ਦੱਤ ਤੇ ਭਗਤ ਸਿੰਘ ਨੇ ਕੇਂਦਰੀ ਅਸੈਂਬਲੀ ਅੰਦਰ ਬੰਬ ਸੁੱਟਣ ਦੀ ਯੋਜਨਾ ਮਿੱਥੀ। ਦੋਵੇਂ ਕ੍ਰਾਂਤੀਕਾਰੀਆਂ ਨੇ ਸਦਨ ਅੰਦਰ ਖਾਲੀ ਥਾਂ ਤੇ 2 ਬੰਬ ਸੁੱਟੇ ਤੇ ਨਾਲ ਹੀ ਪਰਚੇ ਵੀ ਸੁੱਟੇ ਕਿ ਬੋਲਿਆਂ ਨੂੰ ਸੁਣਾਉਣ ਲਈ ਗੂੰਜ ਦੀ ਲੋੜ ਹੈ। ਇਹ ਸਿਰਫ ਆਵਾਜ਼ੀ ਬੰਬ ਸੀ ਜਿਸ ਨਾਲ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ, ਪਰ ਇਸਨੇ ਅੰਗਰੇਜ਼ੀ ਹਕੂਮਤ ਦੀਆਂ ਜੜ੍ਹਾਂ ਨੂੰ ਹਿਲਾ ਦਿੱਤਾ। ਬੰਬ ਸੁੱਟਣ ਮਗਰੋਂ ਦੋਵੇਂ ਕ੍ਰਾਂਤੀਕਾਰੀ ਉੱਥੋਂ ਭੱਜੇ ਨਹੀਂ, ਸਗੋਂ ਖੜੇ ਰਹਿ ਕੇ ਗ੍ਰਿਫਤਾਰੀਆਂ ਦਿੱਤੀਆਂ। ਕਿਉਂਕਿ ਅਸੈਂਬਲੀ ਬੰਬ ਕਾਂਡ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਸੀ ਹੋਇਆ, ਇਸ ਲਈ ਟ੍ਰਾਇਲ ਦੌਰਾਨ ਇਹਨਾਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਗਈ। ਪਰ ਅੰਗਰੇਜ਼ਾਂ ਦਾ ਇਰਾਦਾ ਕਿਸੇ ਵੀ ਤਰੀਕੇ ਭਗਤ ਸਿੰਘ ਨੂੰ ਫਾਂਸੀ ਦੇਣਾ ਸੀ, ਸੋ ਇਸ ਦੇ ਨਾਲ ਹੀ ਸਾਂਡਰਸ ਕਤਲ ਕੇਸ ਖੋਲ੍ਹਿਆ ਗਿਆ। ਜਾਂਚ ਟ੍ਰਿਬਿਊਨਲ ਨੇ 7 ਅਕਤੂਬਰ 1930 ਨੂੰ ਆਪਣੇ ਸਾਰੇ ਸਬੂਤਾਂ ਦੇ ਆਧਾਰ ਤੇ ਸਾਂਡਰਸ ਦੇ ਕਤਲ ਲਈ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਦੀ ਸ਼ਮੂਲੀਅਤ ਨੂੰ ਸਾਬਿਤ ਕੀਤਾ ਤੇ ਫਾਂਸੀ ਦੀ ਸਜ਼ਾ ਸੁਣਾਈ। ਗੋਰੇ ਸਿਰਫ ਇੱਥੇ ਹੀ ਨਹੀਂ ਰੁਕੇ, ਸਗੋਂ ਉਹਨਾਂ ਇਸ ਫਾਂਸੀ ਨੂੰ ਪ੍ਰਦਰਸ਼ਿਤ ਵੀ ਕੀਤਾ। ਪਹਿਲਾਂ ਫਾਂਸੀ ਲਈ 31 ਮਾਰਚ ਦਾ ਦਿਨ ਮੁਕਰਰ ਕੀਤਾ ਗਿਆ ਸੀ। ਇਹਨਾਂ ਦਿਨਾਂ ਵਿੱਚ ਨੌਜਵਾਨ ਇਮਤਿਹਾਨਾਂ ਵਿੱਚ ਤੇ ਕਿਸਾਨ ਵਾਢੀ ਵਿੱਚ ਰੁੱਝੇ ਹੁੰਦੇ ਨੇ, ਪਰ ਇਸ ਦੇ ਬਾਵਜੂਦ ਖਿੱਤੇ ਵਿੱਚ ਵੱਡੇ ਪੱਧਰ ਤੇ ਭਗਤ ਸਿੰਘ ਦੀ ਫਾਂਸੀ ਦਾ ਵਿਰੋਧ ਹੋ ਰਿਹਾ ਸੀ। ਵੱਧ ਰਹੇ ਪ੍ਰਦਰਸ਼ਨਾਂ ਨੂੰ ਵੇਖਦੇ ਹੋਏ ਅੰਗਰੇਜ਼ਾਂ ਨੇ 24 ਮਾਰਚ ਨੂੰ ਫਾਂਸੀ ਦੇਣੀ ਤੈਅ ਕੀਤੀ, ਪਰ ਪਰਿਵਾਰ ਤੇ ਲੋਕਾਂ ਤੱਕ ਖਬਰ ਪਹੁੰਚ ਗਈ ਕਿ 23 ਸ਼ਾਮ ਨੂੰ ਹੀ ਲਾਹੌਰ ਜੇਲ੍ਹ ਦੇ ਬਾਹਰ ਭੀੜ ਜਮ੍ਹਾਂ ਹੋ ਗਈ। ਆਨੰਦ ਫਾਨਨ ਵਿੱਚ ਅੰਗਰੇਜ਼ਾਂ ਨੇ ਸਾਰੇ ਪ੍ਰੋਟੋਕਾਲ ਤੋੜਦੇ ਹੋਏ 23 ਮਾਰਚ ਸ਼ਾਮ ਨੂੰ ਹੀ ਤਿੰਨੋਂ ਕ੍ਰਾਂਤੀਕਾਰੀਆਂ ਨੂੰ ਫਾਂਸੀ ਦੇ ਦਿੱਤੀ ਤੇ ਸ਼ਹੀਦਾਂ ਦੀਆਂ ਮ੍ਰਿਤਕ ਦੇਹਾਂ ਨੂੰ ਪਰਿਵਾਰਾਂ ਨੂੰ ਸੌਂਪਣ ਦੀ ਥਾਂ ਤੇ ਜੇਲ੍ਹ ਦੀ ਪਿਛਲੀ ਕੰਧ ਤੋੜ ਕੇ ਲੈ ਗਏ ਤੇ ਅੱਧ ਸੜੀਆਂ ਲਾਸ਼ਾਂ ਨੂੰ ਸਤਲੁਜ ਵਿੱਚ ਵਹਾ ਦਿੱਤਾ। ਜਿਹੜੀਆਂ ਜੇਲ੍ਹ ਮੈਨੂਅਲ ਨੇ, ਜੇਲ੍ਹ ਮੈਨੂਅਲ ਨੂੰ ਵੀ ਵਾਇਓਲੇਟ ਕਰਕੇ ਉਹਨਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਔਰ ਐਲਾਨ ਹੋਰ ਕੀਤਾ ਗਿਆ। ਔਰ 23 ਮਾਰਚ 1931 ਦੀ ਸ਼ਾਮ ਨੂੰ, ਜਦੋਂ ਕਿ ਅਕਸਰ ਇਹ ਪੂਰੀ ਦੁਨੀਆ ਦੇ ਇੱਕ ਪ੍ਰੋਟੋਕੋਲ ਹੈ ਕਿ ਅਰਲੀ ਇਨ ਦਾ ਮਾਰਨਿੰਗ ਉਹਨਾਂ ਨੂੰ ਫਾਂਸੀ ਲਗਾਇਆ ਜਾਂਦਾ ਹੁੰਦਾ, ਤਾਂ ਉਹਨੂੰ ਵੀ ਉਲੰਘ ਦਿੱਤਾ ਗਿਆ। ਇਹ ਸਾਰੇ ਐਪੀਸੋਡ ਸ਼ਹੀਦ-ਏ-ਆਜ਼ਮ ਭਗਤ ਸਿੰਘ ਸਿਰਫ ਭਾਰਤ ਹੀ ਨਹੀਂ ਸਗੋਂ ਪਾਕਿਸਤਾਨ ਵਿੱਚ ਵੀ ਸਤਿਕਾਰ ਨਾਲ ਯਾਦ ਕੀਤੇ ਜਾਂਦੇ ਨੇ। ਲਾਹੌਰ ਸਥਿਤ ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਭਗਤ ਸਿੰਘ ਲਈ ਕੌਮੀ ਸ਼ਹੀਦ ਦੇ ਦਰਜੇ ਦੀ ਮੰਗ ਕਰ ਰਹੀ ਹੈ।